स्टूडेंट्स ਅੱਜ ਸਾਡਾ ਚੈप्टर नंबर 10 इंटरफेस ਹੁਣ इंटरफेस ਕੀ ਹੈ। देखो ਅਸੀਂ ਕੀਤਾ कि ਜਿਹੜੀ ਜਾਵਾ ਗੀ ਜਾਵਾ ਮਲਟੀਪਲ ਇਨਹੈਰੀਟੈਂਸ ਨੂੰ ਸਪੋਰਟ ਨਹੀਂ ਕਰਦੀ। ਦੈਟ ਮੀਨਸ ਕਿ ਤੁਸੀਂ ਇੱਕ ਕਲਾਸ ਦੋ ਕਲਾਸਿਸ ਨੂੰ ਐਕਸਟੈਂਡ ਨਹੀਂ ਕਰ ਸਕਦੀ ਜਾਵਾ ਲੈਂਗੁਏਜ ਦੇ ਵਿੱਚ। ਇਨਹੈਰੀਟੈਂਸ ਦੇ ਬਾਕੀ ਟਾਈਪਸ ਨੂੰ ਜਾਵਾ ਲੈਂਗੁਏਜ ਸਪੋਰਟ ਕਰ ਰਹੀ ਹੈ, ਬਟ ਮਲਟੀਪਲ ਇਨਹੈਰੀਟੈਂਸ ਨੂੰ ਜਾਵਾ ਸਪੋਰਟ ਨਹੀਂ ਕਰਦੀ। ਬਟ ਫਿਰ ਵੀ ਰੀਅਲ ਲਾਈਫ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਇੱਦਾਂ ਦੀ ਲੋੜ ਪੈਂਦੀ ਹੈ ਕਿ ਜਿੱਥੇ ਤੁਸੀਂ ਮਲਟੀਪਲ ਇਨਹੈਰੀਟੈਂਸ ਨੂੰ ਯੂਜ਼ ਕਰਨਾ ਹੁੰਦਾ, ਮੀਨਸ ਦੋ ਕਲਾਸਿਸ ਨੂੰ ਇਕੱਠਿਆਂ ਨੂੰ ਯੂਜ਼ ਕਰਨਾ ਹੁੰਦਾ ਗਾ, ਤਾਂ ਉਹ ਜਿਹੜਾ ਮੈਥਡ ਹੈ ਉਹਦਾ ਇੱਕ ਆਲਟਰਨੇਟਿਵ ਵੇ ਹੈ ਇੰਟਰਫੇਸ, ਕਿ ਤੁਸੀਂ ਇੰਟਰਫੇਸ ਦੇ ਕਨਸੈਪਟ ਨਾਲ ਮਲਟੀਪਲ ਇਨਹੈਰੀਟੈਂਸ ਨੂੰ ਇੰਪਲੀਮੈਂਟ ਕਰ ਸਕਦੇ ਹੋ। ਤਾਂ ਹੁਣ ਇੰਟਰਫੇਸ ਕੀ ਹੈ। ਇੰਟਰਫੇਸ ਵੀ ਤੁਹਾਡੇ ਲਾਈਕ ਕਲਾਸ ਹੀ ਹੁੰਦੇ ਨੇ, ਜਿੱਦਾਂ ਕਲਾਸ ਬਣਦੀ ਉੱਦਾਂ ਹੀ ਇੰਟਰਫੇਸ ਬਣਾਏ ਜਾਂਦੇ ਨੇ। ਬਟ ਇੰਟਰਫੇਸ ਦੇ ਸਾਰੇ ਜਿਹੜੇ ਵੇਰੀਏਬਲਸ ਨੇ ਉਹ ਤੁਹਾਡੇ ਫਾਈਨਲ ਹੀ ਹੋਣਗੇ। ਫੰਕਸ਼ਨਸ ਨੇ ਜਿਹੜੇ ਤੁਹਾਡੇ ਮੈਥਡਸ ਨੇ ਉਹ ਅਬਸਟਰੈਕਟ ਮੈਥਡਸ ਹੀ ਹੋਣਗੇ। ਦੁਬਾਰਾ ਰਿਪੀਟ ਕਰ ਰਹੀ ਹਾਂ ਬੇਟਾ, ਮੈਂ ਜਿੱਦਾਂ ਕਲਾਸ ਬਣਦੀ ਸੀ, ਕਲਾਸ ਨੇਮ, ਉਹਦੇ ਵਿੱਚ ਮੈਂਬਰ ਹੁੰਦੇ ਸੀ, ਵੇਰੀਏਬਲ, ਮੈਥਡ, ਉੱਦਾਂ ਹੀ ਇੰਟਰਫੇਸ ਬਣਨਗੇ। ਪਰ ਤੁਹਾਡੇ ਸਾਰੇ ਵੇਰੀਏਬਲ ਫਾਈਨਲ ਵੇਰੀਏਬਲ ਹੋਣਗੇ, ਤੁਹਾਡੇ ਸਾਰੇ ਮੈਥਡ ਅਬਸਟਰੈਕਟ ਮੈਥਡ ਹੀ ਬਣਨਗੇ। ਕਲੀਅਰ? ਮਤਲਬ ਅਬਸਟਰੈਕਟ ਮਤਲਬ ਕੀ ਹੈ ਕਿ ਉਹਨਾਂ ਦਾ ਜਿਹੜਾ ਕੋਡ ਹੈ ਉਹ ਦੂਜੀ ਕਲਾਸ ਦੇਖੋ ਲਿਖੂਗੀ, ਤੁਹਾਡੇ ਫੰਕਸ਼ਨ ਨੂੰ ਡਿਫਾਈਨ ਕਰੂਗੀ, ਜਿਹੜੀ ਕਲਾਸ ਉਹਨੂੰ ਇਨਹੈਰਿਟ ਕਰੂਗੀ। ਕਲੀਅਰ? ਇਸ ਕਰਕੇ ਜਿਹੜੀ ਕਲਾਸ ਉਸ ਇੰਟਰਫੇਸ ਨੂੰ ਇੰਪਲੀਮੈਂਟ ਕਰ ਰਹੀ ਹੈ ਨਾ, ਉਸੇ ਦੀ ਰਿਸਪੌਂਸਿਬਿਲਿਟੀ ਹੈ ਕਿ ਉਹਦੇ ਫੰਕਸ਼ਨਸ ਨੂੰ ਬਣਾਵੇ। ਤਾਂ ਇਸ ਇੰਟਰਫੇਸ ਦਾ ਤੁਸੀਂ ਸਿੰਟੈਕਸ ਲਿਖੋ, ਕਿੱਦਾਂ ਇੰਟਰਫੇਸ ਬਣਾਇਆ ਜਾਂਦਾ। ਇੰਟਰਫੇਸ ਕੀਵਰਡ ਲਿਖ ਕੇ ਇੰਟਰਫੇਸ ਦਾ ਕੋਈ ਵੀ ਨਾਮ ਦਿਓ, ਕਲਾਸ ਦੀ ਤਰ੍ਹਾਂ ਉਹਦੀ ਵੀ ਬੋਡੀ ਸ਼ੁਰੂ ਕਰੋ, ਉਸ ਦੇ ਵਿੱਚ ਜੋ ਵੇਰੀਏਬਲਸ ਤੁਸੀਂ ਚਾਹੋ ਲੈ ਸਕਦੇ ਹੋ, ਫੰਕਸ਼ਨਸ ਵੀ ਤੁਸੀਂ ਇੱਥੇ ਡਿਕਲੇਅਰ ਕਰ ਸਕਦੇ ਹੋ, ਬਟ ਫੰਕਸ਼ਨਸ ਦੀ ਬੋਡੀ ਇੱਥੇ ਨਹੀਂ ਬਣੂਗੀ। ਤਾਂ ਇੰਟਰਫੇਸ ਦੇ ਵਿੱਚ ਇੰਟਰਫੇਸ ਦਾ ਨਾਮ ਜਿਹੜਾ ਕੋਈ ਵੀ ਜਾਵਾ ਦਾ ਵੈਲਿਡ ਵੇਰੀਏਬਲ ਨੇਮ ਤੁਸੀਂ ਲੈ ਸਕਦੇ ਹੋਗੇ, ਕੋਈ ਵੀ ਵੈਲਿਡ ਆਈਡੈਂਟੀਫਾਇਰ, ਜੋ ਰੂਲਸ ਨੇ ਕਿ ਨੇਮ ਦੇ ਵਿੱਚ ਸਪੇਸ ਨਹੀਂ ਹੋਣੀ ਚਾਹੀਦੀ, ਅਲਫਾਬੈਟਸ ਤੋਂ ਨੇਮ ਸ਼ੁਰੂ ਹੋਵੇ, ਠੀਕ ਹੈ, ਡਾਲਰ ਤੇ ਅੰਡਰਸਕੋਰ ਦੇ ਸਿੰਬਲ ਤੋਂ ਬਿਨਾਂ ਹੋਰ ਕੋਈ ਸਿੰਬਲ ਅਲਾਉਡ ਨਹੀਂ। ਸਾਰੇ ਰੂਲਸ ਫੋਲੋ ਕਰਕੇ ਤੁਸੀਂ ਕੋਈ ਵੀ ਇੰਟਰਫੇਸ ਨੇਮ ਰੱਖ ਸਕਦੇ ਹੋ। ਨੈਕਸਟ ਤੁਹਾਡੇ ਜਿਹੜੇ ਵੇਰੀਏਬਲਸ ਨੇ, ਵੇਰੀਏਬਲਸ ਆਪਾਂ ਪਹਿਲਾਂ ਹੀ ਕਿਤੇ ਨੇ, ਤੁਹਾਡੇ ਵੇਰੀਏਬਲ ਸਾਰੇ ਹੀ ਫਾਈਨਲ ਹੋਣੇ ਚਾਹੀਦੇ ਨੇ। ਫਾਈਨਲ ਮਤਲਬ ਉਹ ਇੱਕ ਕੌਨਸਟੈਂਟ ਵੈਲਿਊ ਹੋਊਗੀ, ਉਸ ਨੂੰ ਵੈਲਿਊ ਉੱਥੇ ਹੀ ਦਿਓ ਜਿੱਥੇ ਤੁਸੀਂ ਵੇਰੀਏਬਲ ਡਿਕਲੇਅਰ ਕਰਦੇ ਹੋ। ਬਾਅਦ ਦੇ ਵਿੱਚ ਤੁਸੀਂ ਉਹਦੀ ਵੈਲਿਊ ਨੂੰ ਚੇਂਜ ਨਹੀਂ ਕਰ ਸਕਦੇ। ਫਿਰ ਜਿਹੜੇ ਤੁਹਾਡੇ ਮੈਥਡ ਨੇ, ਮੈਥਡ ਤੁਹਾਡੇ ਅਬਸਟਰੈਕਟ ਹੀ ਹੋਣਗੇ, ਮਤਲਬ ਇੱਥੇ ਤੁਸੀਂ ਸੈਮੀਕੋਲਨ ਪਾ ਕੇ ਛੱਡੋਗੇ, ਇਹਦੀ ਬੋਡੀ ਇੱਥੇ ਨਹੀਂ ਬਣੂਗੀ। ਇਹਦੀ ਬੋਡੀ ਕੌਣ ਬਣਾਊ? ਦੂਜੀ ਕਲਾਸ ਬਣਾਊਗੀ ਜਿਹੜੀ ਇਹਨੂੰ ਇਨਹੈਰਿਟ ਕਰੂਗੀ, ਮਤਲਬ ਇੰਪਲੀਮੈਂਟ ਕਰੂਗੀ। ਤਾਂ ਇੱਥੇ ਅਸੀਂ ਕਿ ਇੰਟਰਫੇਸ ਦੀ ਐਗਜ਼ਾਮਪਲ ਲੈ ਕੇ ਦਿਖਾਈਏ, ਜਿਹੜਾ ਕਿ ਦੋ ਵੇਰੀਏਬਲ ਲੈ ਰਿਹਾ ਹੈਗਾ, ਕੋਡ ਤੇ ਨੇਮ ਨਾਮ ਦਾ, ਜਿਹਦੇ ਡਾਟਾ ਟਾਈਪਸ ਇੰਟ ਤੇ ਸਟ੍ਰਿੰਗ ਹੈ, ਦੋਨੋਂ ਹੀ ਵੇਰੀਏਬਲ ਤੁਹਾਡੇ ਫਾਈਨਲ ਵੇਰੀਏਬਲਸ ਨੇ। ਕਲੀਅਰ ਹੈ? ਮਤਲਬ ਤੁਸੀਂ ਬਾਅਦ ਦੇ ਵਿੱਚ ਨੀਚੇ ਕਿਤੇ ਕਲਾਸ ਦੇ ਵਿੱਚ ਕੋਡ ਦੀ ਜਿਹੜੀ ਵੈਲਿਊ ਆ ਉਹ ਤੁਸੀਂ ਚੇਂਜ ਨਹੀਂ ਕਰ ਸਕਦੇ, ਇਹਦੀ ਵੈਲਿਊ ਫਿਕਸ ਹੈ ਕਿਉਂਕਿ ਇਹਦੇ ਅਸੀਂ ਫਾਈਨਲ ਕੀਵਰਡ ਲਗਾਇਆ ਹੋਇਆ ਹੈਗਾ। ਨੈਕਸਟ ਇੱਥੇ ਤੁਹਾਨੂੰ ਦੋ ਐਗਜ਼ਾਮਪਲ ਲੈ ਕੇ ਦਿਖਾਈਏ, ਜਿਸ ਦੇ ਵਿੱਚ ਇੱਕ ਇੰਟਰਫੇਸ ਏਰੀਆ ਦੇ ਵਿੱਚ ਅਸੀਂ ਇੱਕ ਸਟੈਟਿਕ ਵੇਰੀਏਬਲ ਲਿਆ, ਫਾਈਨਲ ਵੇਰੀਏਬਲ ਲਿਆ, ਸੌਰੀ ਪਾਏ, ਠੀਕ ਹੈ, ਤੇ ਇੱਕ ਨਾਲ ਹੀ ਅਸੀਂ ਦੋ ਫੰਕਸ਼ਨਸ ਬਣਾਏ ਨੇ, ਕੰਪਿਊਟ ਤੇ ਸ਼ੋ। ਇੱਕ ਫੰਕਸ਼ਨ ਦੋ ਵੈਲਿਊਜ਼ ਰਿਸੀਵ ਕਰ ਰਿਹਾ, ਇੱਕ ਖਾਲੀ ਅਸੀਂ ਮਤਲਬ ਵਿਦਾਊਟ ਕੋਈ ਆਰਗੂਮੈਂਟ ਫੰਕਸ਼ਨ ਬਣਾ ਕੇ ਦਿਖਾਇਆ। ਤਾਂ ਦੋ ਅਸੀਂ ਇੱਥੇ ਫੰਕਸ਼ਨਸ ਬਣਾ ਕੇ ਦਿਖਾਏ ਨੇ, ਬਟ ਫੰਕਸ਼ਨਸ ਦੇ ਪੁਆਇੰਟ 'ਚ ਨੋਟ ਕਰੋ ਬੇਟਾ, ਅਸੀਂ ਇੱਥੇ ਹੀ ਸੈਮੀਕੋਲਨ ਪਾ ਕੇ ਫੰਕਸ਼ਨ ਦਾ ਐਂਡ ਕਰ ਦਿੰਦੇ ਹਾਂ। ਫੰਕਸ਼ਨ ਦੀ ਬੋਡੀ ਬਣਾਉਣੀ ਇੱਥੇ ਸ਼ੁਰੂ ਨਹੀਂ ਕਰਦੀ ਕਿਉਂਕਿ ਇਹ ਇੱਕ ਐਬਸਟਰੈਕਟ ਫੰਕਸ਼ਨਸ ਹੁੰਦੇ ਨੇ। ਫੰਕਸ਼ਨਸ ਬਣਾਉਣ ਤੋਂ ਬਾਅਦ ਦੇਖੋ, ਇੱਕ ਪਹਿਲਾਂ ਆਪਾਂ ਐਗਜ਼ਾਮਪਲ ਦੇਖਦੇ ਹਾਂ ਕਿ ਇੰਟਰਫੇਸ ਦੀ ਅਤੇ ਕਲਾਸ ਦੀ ਕਿੱਦਾਂ ਐਗਜ਼ਾਮਪਲ ਹੋਊਗੀ। ਤਾਂ ਇਸ ਦੇ ਲਈ ਤੁਸੀਂ ਕਰਨਾ ਕੀ ਹੈ, ਜਿਵੇਂ ਆਪਾਂ ਇਨਹੈਰੀਟੈਂਸ ਨਹੀਂ ਕਰਦੇ ਸੀ ਕਿ ਇੱਕ ਕਲਾਸ ਨੂੰ ਦੂਜੀ ਕਲਾਸ ਇਨਹੈਰਿਟ ਕਰ ਸਕਦੀ ਹੈ, ਉਹਦੇ ਲਈ ਅਸੀਂ ਕੀਵਰਡ ਲਿਖਦੇ ਸੀ ਐਕਸਟੈਂਡਸ। ਇੱਦਾਂ ਹੀ ਇੱਕ ਇੰਟਰਫੇਸ ਨੂੰ ਇੱਕ ਕਲਾਸ ਇਨਹੈਰਿਟ ਕਰ ਸਕਦੀ ਹੈ, ਉਹਦੇ ਲਈ ਤੁਸੀਂ ਕੀਵਰਡ ਲਿਖੋਗੇ ਇੰਪਲੀਮੈਂਟਸ। ਤਾਂ ਆਪਾਂ ਇੱਕ ਇੰਟਰਫੇਸ ਬਣਾ ਕੇ ਦਿਖਾਇਆ, ਉਸਦਾ ਐਗਜ਼ਾਮਪਲ ਦੇਖਦੇ ਹਾਂ। ਅਸੀਂ ਇੱਕ ਇੰਟਰਫੇਸ ਬਣਾਇਆ ਜਿਸ ਦਾ ਨਾਮ ਅਸੀਂ I1 ਰੱਖਿਆ, ਅਤੇ ਉਸਦੇ ਵਿੱਚ ਇੱਕ ਵੇਰੀਏਬਲ ਲਿਆ A=5 ਅਤੇ ਇੱਕ ਫੰਕਸ਼ਨ ਲਿਆ ਸ਼ੋ ਫੰਕਸ਼ਨ ਸਿਰਫ ਅਸੀਂ ਇੱਥੇ ਡਿਕਲੇਅਰ ਹੀ ਕੀਤਾ, ਡਿਫਾਈਨ ਨਹੀਂ, ਡਿਫਾਈਨ ਉਹਦੀ ਬੋਡੀ ਨੀਚੇ ਆ ਕੇ ਕਰਾਂਗੇ। ਫਿਰ ਇੱਕ ਕਲਾਸ ਬਣਾਈ A ਜੋ ਕਿ ਇੰਪਲੀਮੈਂਟ ਕਰ ਰਹੀ ਹੈ I1 ਨੂੰ। ਜਿਵੇਂ ਅਸੀਂ ਕਲਾਸ ਦੇ ਵਿੱਚ ਐਕਸਟੈਂਡਸ ਨਹੀਂ ਸੀ ਲਿਖਦੇ, ਤਾਂ ਜਦੋਂ ਇੱਕ ਇੰਟਰਫੇਸ ਨੂੰ ਇੱਕ ਕਲਾਸ ਯੂਜ਼ ਕਰੂਗੀ ਉਸ ਸਮੇਂ ਤੁਸੀਂ ਲਿਖਣਾ ਗਾ ਇੰਪਲੀਮੈਂਟਸ। ਤਾਂ ਅਸੀਂ ਲਿਖਿਆ A ਕਲਾਸ ਇੰਪਲੀਮੈਂਟਸ I1, ਹੁਣ ਯਾਨੀ ਕਿ A ਕਲਾਸ ਨੇ I1 ਨੂੰ ਇਨਹੈਰਿਟ ਕੀਤਾ, ਤਾਂ ਇਹਦੇ ਫੰਕਸ਼ਨ ਦੀ ਬੋਡੀ ਬਣਾਉਣ ਦੀ ਜ਼ਿੰਮੇਵਾਰੀ ਇਸ ਕਲਾਸ ਦੀ ਹੈ, ਠੀਕ ਹੈ। ਤਾਂ ਉਹਨੇ ਉਸ ਫੰਕਸ਼ਨ ਦੀ ਮੈਥਡ ਦੀ ਬੋਡੀ ਬਣਾਈ, ਤਾਂ ਇੱਥੇ ਤੱਕ ਤੁਸੀਂ ਪਬਲਿਕ ਲਿਖੋਗੇ, ਠੀਕ ਹੈ। ਉਹ ਫੰਕਸ਼ਨ ਬਣਾਇਆ ਸੀ ਵਰਡ ਸ਼ੋ, ਜਿਸ ਦੇ ਵਿੱਚ ਅਸੀਂ ਜਸਟ A ਦੀ ਵੈਲਿਊ ਪ੍ਰਿੰਟ ਕਰਕੇ ਦਿਖਾਤੀ।
ਹੁਣ ਇਹ ਕਲਾਸ ਉਹਦੇ ਫੰਕਸ਼ਨ ਨੂੰ ਤਾਂ ਬਣਾਊਗੀ, ਇਸ ਤੋਂ ਇਲਾਵਾ ਆਪਣਾ ਵੀ ਕੋਈ ਫੰਕਸ਼ਨ ਬਣਾ ਸਕਦੀ ਹੈ। ਜਿੱਦਾਂ ਇੱਕ ਫੰਕਸ਼ਨ ਬਣਾਇਆ void display, ਜਿਹਦੇ ਵਿੱਚ ਅਸੀਂ ਜਸਟ ਇੱਕ ਮੈਸੇਜ ਪ੍ਰਿੰਟ ਕਰਕੇ ਦਿਖਾਤਾ ਕਲਾਸ A ਇੰਪਲੀਮੈਂਟਸ I1 ਇੰਟਰਫੇਸ। ਤਾਂ ਹੋ ਗਿਆ ਸਾਡੇ ਇੱਕ ਇੰਟਰਫੇਸ ਨੂੰ ਇੱਕ ਕਲਾਸ ਨੇ ਇੰਪਲੀਮੈਂਟ ਕੀਤਾ, ਤੇ ਨੀਚੇ ਮੇਨ ਦੇ ਵਿੱਚ ਜਾ ਕੇ ਅਸੀਂ ਸਿਰਫ ਉਸ ਕਲਾਸ A1 ਦਾ ਹੀ A ਦਾ ਆਬਜੈਕਟ ਹੀ ਬਣਾਵਾਂਗੇ, ਤੇ A ਦੇ ਆਬਜੈਕਟ ਨੂੰ ਅਸੀਂ ਸ਼ੋ ਤੇ ਡਿਸਪਲੇ ਦੋਨੋਂ ਹੀ ਫੰਕਸ਼ਨਸ ਨੂੰ ਕਾਲ ਕਰਕੇ ਦਿਖਾ ਦਿਆਂਗੇ। ਠੀਕ ਹੈ, ਤਾਂ ਇਹ ਸੀ ਸਾਡੀ ਇੱਕ ਸਿੰਪਲ ਐਗਜ਼ਾਮਪਲ ਇੰਟਰਫੇਸ ਦੀ। ਤਾਂ ਵਾਪਸ ਅਸੀਂ ਸਾਡੇ ਇੰਟਰਫੇਸ ਦੇ ਟੌਪਿਕ ਨੂੰ ਕਵਰ ਕਰੀਏ, ਤਾਂ ਇਸ ਦੇ ਵਿੱਚ ਸਾਡਾ ਨੈਕਸਟ ਟੌਪਿਕ ਹੈ ਐਕਸਟੈਂਡਿੰਗ ਇੰਟਰਫੇਸ। ਐਕਸਟੈਂਡਿੰਗ ਇੰਟਰਫੇਸ ਦੇ ਵਿੱਚ ਸਾਡਾ ਟੌਪਿਕ ਕੀ ਹੈ, ਜਦੋਂ ਇੱਕ ਇੰਟਰਫੇਸ ਨੂੰ ਇੱਕ ਇੰਟਰਫੇਸ ਹੀ ਯੂਜ਼ ਕਰਨਾ ਚਾਹੁੰਦਾ ਉਦੋਂ ਤੁਸੀਂ ਲਿਖੋਗੇ ਐਕਸਟੈਂਡਸ। ਕਲੀਅਰ? ਬਟ ਜੇਕਰ ਇੱਕ ਇੰਟਰਫੇਸ ਨੂੰ ਇੱਕ ਕਲਾਸ ਇਨਹੈਰਿਟ ਕਰ ਰਹੀ ਹੈ ਉਦੋਂ ਤੁਸੀਂ ਲਿਖੋਗੇ ਇੰਪਲੀਮੈਂਟਸ। ਇੱਥੇ ਅਸੀਂ ਐਕਸਟੈਂਡਿੰਗ ਇੰਟਰਫੇਸ ਹੈ, ਯਾਨੀ ਕਿ ਇੰਟਰਫੇਸ ਕੈਨ ਬੀ ਸਬ ਇੰਟਰਫੇਸਡ ਫਰੋਮ ਅਦਰ ਇੰਟਰਫੇਸਿਸ। ਇੱਕ ਇੰਟਰਫੇਸ ਨੂੰ ਦੂਜੇ ਇੰਟਰਫੇਸ ਯੂਜ਼ ਕਰ ਸਕਦੇ ਨੇ, ਦੂਜੇ ਦੇ ਵਿੱਚ ਸਭ ਮਤਲਬ ਬਾਕੀ ਸਭ ਇੰਟਰਫੇਸਿਸ ਨੂੰ ਯੂਜ਼ ਕਰ ਸਕਦੇ ਨੇ, ਉਹਦੇ ਸਾਰੇ ਮੈਂਬਰਸ ਨੂੰ ਇਨਹੈਰਿਟ ਕਰ ਸਕਦੇ ਨੇ। ਇਸ ਦੇ ਲਈ ਕਿਹੜਾ ਕੀਵਰਡ ਯੂਜ਼ ਕਰਨਗੇ, ਐਕਸਟੈਂਡਸ ਕੀਵਰਡ ਯੂਜ਼ ਕਰਨਗੇ। ਜਿਵੇਂ ਐਗਜ਼ਾਮਪਲ ਦੇ ਵਿੱਚ ਅਸੀਂ ਲਿਖ ਕੇ ਦਿਖਾਇਆ, ਇੱਕ ਇੰਟਰਫੇਸ ਦਾ ਨਾਮ ਐਕਸਟੈਂਡਸ ਦੂਜੇ ਇੰਟਰਫੇਸ ਦਾ ਨਾਮ ਤੇ ਉਸਦੀ ਬੋਡੀ। ਨੀਚੇ ਦੇਖੋ ਤੁਸੀਂ ਐਗਜ਼ਾਮਪਲ ਦੇ ਵਿੱਚ ਤਾਂ ਅਸੀਂ ਇੱਕ ਇੰਟਰਫੇਸ ਬਣਾਇਆ ਕੌਨਸਟੈਂਟ ਨਾਮ ਆਈਟਮ ਕੌਨਸਟੈਂਟਸ ਦੇ ਨਾਮ ਤੇ, ਜਿਹਦੇ ਵਿੱਚ ਇੱਕ ਵੇਰੀਏਬਲ ਕੋਡ ਲਿਆ। ਤੁਸੀਂ ਫਾਈਨਲ ਨਹੀਂ ਵੀ ਲਿਖੋਗੇ ਤਾਂ ਵੀ ਇਹਨਾਂ ਵੈਲਿਊਜ਼ ਨੂੰ ਫਾਈਨਲ ਹੀ ਮੰਨਿਆ ਜਾਊਗਾ। ਤੇ ਇੱਕ ਵੇਰੀਏਬਲ ਹੈ ਨੇਮ ਨਾਮ ਦਾ, ਸਟ੍ਰਿੰਗ ਡਾਟਾ ਟਾਈਪ ਦਾ ਨੇਮ ਵੇਰੀਏਬਲ ਹੈ ਜਿਹਦੇ ਵਿੱਚ ਵੈਲਿਊ ਦਿੱਤੀ ਫੈਨ। ਨੀਚੇ ਇੱਕ ਹੋਰ ਇੰਟਰਫੇਸ ਬਣਾਇਆ ਸੀ ਆਈਟਮ ਨਾਮ ਤੇ, ਜਿਹੜਾ ਕਿ ਐਕਸਟੈਂਡ ਕਰ ਰਿਹਾ ਆਈਟਮ ਕੌਨਸਟੈਂਟਸ ਨੂੰ, ਤੇ ਉਸਨੇ ਫੰਕਸ਼ਨ ਬਣਾਇਆ void display। ਠੀਕ ਹੈ, ਤੇ ਇਹ ਵੀ ਦੇਖੋ ਇਸ ਫੰਕਸ਼ਨ ਦੀ ਬੋਡੀ ਤਾਂ ਨਹੀਂ ਬਣਾ ਸਕਦਾ, ਇਸ ਫੰਕਸ਼ਨ ਦੀ ਬੋਡੀ ਕੌਣ ਬਣਾਊਗੀ, ਇੱਕ ਹੋਰ ਕਲਾਸ ਜਿਹੜੀ ਇਹਨਾਂ ਨੂੰ ਇੰਪਲੀਮੈਂਟ ਕਰੂਗੀ। ਤੁਸੀਂ ਪੂਰਾ ਪ੍ਰੋਗਰਾਮ ਚਾਹੋ ਤਾਂ ਇੱਕ ਨੀਚੇ ਕਲਾਸ ਬਣਾਓ, ਠੀਕ ਹੈ, ਜਿਹੜੀ ਕਲਾਸ ਇਸ ਇੰਟਰਫੇਸ ਨੂੰ ਇੰਪਲੀਮੈਂਟ ਕਰੇ ਤੇ ਇਹਦੇ ਫੰਕਸ਼ਨ ਨੂੰ ਉਹੀ ਬਣਾਊਗੀ। ਇਹਨਾਂ ਦੋਨੋਂ ਵੈਲਿਊਜ਼ ਨੂੰ ਉਹਦੇ ਵਿੱਚ ਪ੍ਰਿੰਟ ਕਰਕੇ ਤੁਸੀਂ ਦਿਖਾ ਸਕਦੇ ਹੋ। ਇਹ ਤੁਹਾਡੀ ਐਗਜ਼ਾਮਪਲ ਜਿੱਦਾਂ ਇੱਥੇ ਲੈ ਕੇ ਦਿਖਾਈ ਹੈ। ਕਲੀਅਰ? ਜੇ ਇੱਕ ਕਲਾਸ ਇੱਕ ਤੋਂ ਵੱਧ ਇੰਟਰਫੇਸ ਨੂੰ ਐਕਸਟੈਂਡ ਕਰ ਰਹੀ ਹੈ, ਇੱਕ ਇੰਟਰਫੇਸ ਦੂਜਾ ਇੰਟਰਫੇਸ ਦਾ ਤੁਸੀਂ ਇੱਦਾਂ ਲਿਖ ਸਕਦੇ ਹੋ, ਐਕਸਟੈਂਡਸ ਪਹਿਲੇ ਇੰਟਰਫੇਸ ਦਾ ਨਾਮ ਨਾਲ ਹੀ ਕੋਮਾ ਪਾ ਕੇ ਦੂਸਰੇ ਇੰਟਰਫੇਸ ਦਾ ਨਾਮ। ਨੈਕਸਟ ਤੁਹਾਡਾ ਟੌਪਿਕ ਇੰਪਲੀਮੈਂਟਿੰਗ ਇੰਟਰਫੇਸ। ਜਦੋਂ ਇੱਕ ਇੰਟਰਫੇਸ ਨੂੰ ਇੱਕ ਕਲਾਸ ਇਨਹੈਰਿਟ ਕਰੂਗੀ ਉਦੋਂ ਤੁਸੀਂ ਕੀਵਰਡ ਲਿਖੋਗੇ ਇੰਪਲੀਮੈਂਟਸ। ਇੰਟਰਫੇਸ ਨੂੰ ਇਨਹੈਰਿਟ ਕਰਨਾ ਨਾ ਇੱਕ ਕਲਾਸ ਨੇ, ਤਾਂ ਉਹ ਲਿਖੂਗੀ ਇੰਪਲੀਮੈਂਟਸ। ਜਿੱਦਾਂ ਇੱਥੇ ਐਗਜ਼ਾਮਪਲ ਦੇ ਵਿੱਚ ਸ਼ੋ ਕੀਤਾ ਹੋਇਆ ਸੀ, ਤੁਹਾਡੀ ਕਲਾਸ ਜਦੋਂ ਤੱਕ ਕਿਸੇ ਕਲਾਸ ਨੂੰ ਇਨਹੈਰਿਟ ਕਰਦੀ ਹੈ ਤਾਂ ਐਕਸਟੈਂਡਸ ਲਿਖਦੇ ਹਾਂ, ਜਦੋਂ ਕਿਸੇ ਇੰਟਰਫੇਸ ਨੂੰ ਇਨਹੈਰਿਟ ਕਰੂਗੀ ਤਾਂ ਉਸ ਸਮੇਂ ਅਸੀਂ ਇੰਪਲੀਮੈਂਟਸ ਲਿਖਾਂਗੇ। ਜਿੱਦਾਂ ਕਿ ਤੁਹਾਡੇ ਇੱਥੇ ਐਗਜ਼ਾਮਪਲ ਦੇ ਵਿੱਚ ਸ਼ੋ ਕਰਕੇ ਦਿਖਾਇਆ ਹੋਇਆ ਹੈਗਾ। ਇਸ ਦੇ ਵਿੱਚ ਅਸੀਂ ਕੀ ਕੀਤਾ, ਇੱਕ ਇੰਟਰਫੇਸ ਬਣਾਇਆ ਏਰੀਆ ਨਾਮ ਦਾ, ਜਿਹਦੇ ਵਿੱਚ ਇੱਕ ਵੇਰੀਏਬਲ ਪਾਈ ਲਿਆ ਤੇ ਇੱਕ ਫੰਕਸ਼ਨ ਕੰਪਿਊਟ ਬਣਾ ਲਿਆ। ਠੀਕ ਹੈ, ਡਿਕਲੇਅਰ ਕੀਤਾ ਮਤਲਬ। ਫਿਰ ਇੱਕ ਕਲਾਸ ਬਣਾਈ ਰੈਕਟੈਂਗਲ, ਜਿਹੜੀ ਕਿ ਇਸ ਇੰਟਰਫੇਸ ਏਰੀਆ ਨੂੰ ਇੰਪਲੀਮੈਂਟ ਕਰ ਰਹੀ ਹੈ, ਤੇ ਇਹਦਾ ਫੰਕਸ਼ਨ ਜਿਹੜਾ ਕੰਪਿਊਟ ਫੰਕਸ਼ਨ ਹੈ ਉਹਦੀ ਬੋਡੀ ਵੀ ਇਸ ਨੇ ਹੀ ਬਣਾਈ ਹੈ। ਇੱਥੇ ਪਬਲਿਕ ਅੱਗੇ ਲਿਖਣਾ ਜ਼ਰੂਰੀ ਹੈ। ਜਦੋਂ ਅਸੀਂ ਇੰਟਰਫੇਸ ਦੀ ਕਲਾਸ ਨੀਚੇ ਕਲਾਸ ਦੇ ਵਿੱਚ ਡਿਫਾਈਨ ਕਰਦੇ ਹਾਂ, ਉਸ ਸਮੇਂ ਤੁਸੀਂ ਪਬਲਿਕ ਕੀਵਰਡ ਨਾਲ ਲਗਾਓਗੇ। ਤਾਂ ਕਲਾਸ ਹੋਰ ਕੁਝ ਨਹੀਂ ਕਰ ਰਹੀ, ਜਸਟ ਐਕਸ ਤੇ ਵਾਈ ਨੂੰ ਮਲਟੀਪਲਾਈ ਕਰਕੇ ਰਿਟਰਨ ਕਰ ਰਹੀ ਹੈ। ਠੀਕ ਹੈ, ਫਿਰ ਇੱਕ ਹੋਰ ਕਲਾਸ ਬਣੀ, ਉਸ ਨੇ ਵੀ ਉਸੇ ਹੀ ਏਰੀਆ ਇੰਟਰਫੇਸ ਨੂੰ ਇੰਪਲੀਮੈਂਟ ਕੀਤਾ, ਉਹਦਾ ਫੰਕਸ਼ਨ ਕੰਪਿਊਟ ਉਹਨੇ ਵੀ ਬਣਾਇਆ, ਉਹਨੇ ਪਾਈ ਇੰਟੂ ਐਕਸ ਰਿਟਰਨ ਕਰਵਾਇਆ। ਨੀਚੇ ਜਦ ਤੁਹਾਡੀ ਮੇਨ ਵਾਲੀ ਕਲਾਸ ਬਣਾਈ ਜਿਸ ਦੇ ਵਿੱਚ ਮੇਨ ਫੰਕਸ਼ਨ ਬਣਿਆ, ਅਸੀਂ ਸਾਡੀ ਰੈਕਟੈਂਗਲ ਕਲਾਸ ਦਾ ਆਬਜੈਕਟ ਰੈਕਟ ਬਣਾ ਕੇ ਇੱਕ ਸਰਕਲ ਕਲਾਸ ਦਾ ਆਬਜੈਕਟ CIR ਬਣਾਇਆ। ਦੋਨਾਂ ਦੇ ਅਸੀਂ ਵੇਰੀਏਬਲ ਮਤਲਬ ਤੁਹਾਡੇ ਆਬਜੈਕਟਸ ਬਣਾਏ। ਆਬਜੈਕਟਸ ਬਣਾਉਣ ਤੋਂ ਬਾਅਦ ਫਿਰ ਤੁਸੀਂ ਜਿਹੜੇ ਸਾਡਾ ਫੰਕਸ਼ਨ ਹੈ ਏਰੀਆ, ਉਹਨਾਂ ਨੂੰ ਕਾਲ ਕਰੋਗੇ। ਜਿਹੜੇ ਤੁਹਾਡੇ ਫੰਕਸ਼ਨ ਕੰਪਿਊਟ ਫੰਕਸ਼ਨ, ਤੁਸੀਂ ਤੁਹਾਡੇ ਕੰਪਿਊਟ ਫੰਕਸ਼ਨ ਨੂੰ ਏਰੀਆ ਆਬਜੈਕਟ ਦੇ ਨਾਲ ਏਰੀਆ ਨਹੀਂ ਰੈਕਟੈਂਗਲ ਆਬਜੈਕਟ ਦੇ ਨਾਲ ਤੇ ਸਰਕਲ ਆਬਜੈਕਟ ਦੇ ਨਾਲ ਤੁਸੀਂ ਇਹਨਾਂ ਨੂੰ ਕਾਲ ਕਰਕੇ ਦਿਖਾ ਸਕਦੇ ਹੋ। ਹਾਲਾਂਕਿ ਇੱਥੇ ਜੋ ਬੁੱਕ ਦੀ ਐਗਜ਼ਾਮਪਲ ਹੈ, ਤੁਸੀਂ ਚਾਹੋ ਤਾਂ ਡਾਇਰੈਕਟ ਕੰਪਿਊਟ ਫੰਕਸ਼ਨ ਨੂੰ ਇਹਦੇ ਰੈਕਟ ਦੇ ਸਰਕਲ ਦੇ ਫੰਕਸ਼ਨਸ ਦੇ ਨਾਲ ਕਾਲ ਕਰ ਸਕਦੇ ਹੋ, ਆਬਜੈਕਟਸ ਨਾਲ ਕਾਲ ਕਰ ਸਕਦੇ ਹੋ। ਬਟ ਇੱਥੇ ਇਹਨਾਂ ਨੇ ਇੱਕ ਇੰਟਰਫੇਸ ਦਾ ਆਬਜੈਕਟ ਬਣਾ ਕੇ ਏਰੀਆ ਨੂੰ ਰੈਫਰੈਂਸ ਦਿੱਤੀ ਹੈ ਤੁਹਾਡੀ ਕਲਾਸ ਦੇ ਆਬਜੈਕਟ ਦੀ। ਫਿਰ ਏਰੀਆ ਨਾਲ ਹੀ ਕੰਪਿਊਟ ਫੰਕਸ਼ਨ ਨੂੰ ਕਾਲ ਕੀਤਾ, ਦੂਜੀ ਵਾਰ ਸਰਕਲ ਕਲਾਸ ਜਿਹੜੀ ਆਬਜੈਕਟ ਦੀ ਰੈਫਰੈਂਸ ਦੇ ਕੇ ਉਸ ਦੇ ਨਾਲ ਕਾਲ ਕੀਤਾ। ਬਟ ਤੁਸੀਂ ਚਾਹੋ ਤਾਂ ਸਿਰਫ ਦੋਨੋਂ ਕਲਾਸਿਸ ਦੇ ਆਬਜੈਕਟ ਬਣਾਓ, ਰੈਕਟ CIR, ਉਸ ਤੋਂ ਬਾਅਦ ਰੈਕਟ ਦੇ ਨਾਲ ਕਾਲ ਕਰ ਦਿਓ ਕੰਪਿਊਟ ਫੰਕਸ਼ਨ ਨੂੰ ਤੇ ਸਰਕਲ ਦੇ ਨਾਲ ਕਾਲ ਕਰ ਦਿਓ ਕੰਪਿਊਟ ਫੰਕਸ਼ਨ ਨੂੰ। ਚਾਹੋ ਤਾਂ ਵੈਲਿਊ ਰਿਟਰਨ ਕਰਵਾਓ, ਚਾਹੋ ਤਾਂ ਤੁਸੀਂ ਇੱਥੇ ਵੀ SOP ਕਰਕੇ ਦਿਖਾ ਸਕਦੇ ਹੋ।